ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਕਮਲਪ੍ਰੀਤ ਸਿੰਘ ਤੇ ਲੈ ਕੇ ਹਾਜ਼ਰ ਹਾਂ ਦੁਨੀਆ ਭਰ ਦੀਆਂ ਚੋਣਵੀਆਂ ਖਬਰਾਂ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਭਾਰਤ ਨਾਲ ਰੱਖਿਆ ਭਾਈਵਾਲੀ ਨੂੰ ਤਰਜੀਹ ਦੇਣਗੇ ਬਾਈਡਨ। ਕਮਾਲਾ ਹੈਰਿਸ ਨੇ ਕਿਹਾ ਕਿ ਘੱਟ ਆਮਦਨ ਵਾਲਿਆਂ ਦੇ ਟੈਕਸਾਂ 'ਚ ਕੋਈ ਵਾਧਾ ਨਹੀਂ ਹੋਵੇਗਾ। ਰੂਸ ਦਾ ਬਿਆਨ, ਭਾਰਤ ਚੀਨ 'ਚ ਤਣਾਅ ਵਧਣ ਨਾਲ ਖੇਤਰੀ ਅਸਥਿਰਤਾ ਹੋਰ ਵਧੇਗੀ। ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੀ ਕਿਤਾਬ 'ਚ ਰਾਹੁਲ ਗਾਂਧੀ ਦਾ ਜ਼ਿਕਰ। ਟੋਰਾਂਟੋ ਦੇ ਮੇਅਰ ਤੇ ਸਿਹਤ ਅਧਿਕਾਰੀ ਨੇ ਕੋਰੋਨਾ ਦੇ ਮੱਦੇਨਜ਼ਰ ਇੱਕ ਦੂਜੇ ਨੂੰ ਮਿਲਣ ਤੋਂ ਪਰਹੇਜ਼ ਰੱਖਣ ਦੀ ਕੀਤੀ ਅਪੀਲ। ਅਤੇ ਨਿਊ ਜਰਸੀ 'ਚ ਗੁਰੂ ਨਾਨਕ ਸਿੱਖ ਹੈਰੀਟੇਜ ਐਨਕਲੇਵ ਗੁਰਦੁਆਰਾ ਸਾਹਿਬ ਦੀ ਹੋਈ ਸਥਾਪਨਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੀ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਵੱਲੋਂ ਭਾਰਤ ਨਾਲ ਰੱਖਿਆ ਭਾਈਵਾਲੀ ਨੂੰ ਤਰਜੀਹ ਦਿੱਤੀ ਜਾਣੀ ਜਾਰੀ ਰੱਖੀ ਜਾਵੇਗੀ। ਵਾਈਟ ਹਾਊਸ ਵਿੱਚ ਬਾਈਡਨ ਦੇ ਆਉਣ ਤੋਂ ਪਹਿਲਾਂ ਭਾਰਤ ਅਮਰੀਕਾ ਸੰਬੰਧਾਂ ਬਾਰੇ ਕਈ ਅਟਕਲਾਂ ਲੱਗ ਰਹੀਆਂ ਹਨ। ਵਿਦੇਸ਼ੀ ਸੰਬੰਧਾਂ ਬਾਰੇ ਕੌਂਸਲ ਵਿੱਚ ਭਾਰਤ, ਪਾਕਿਸਤਾਨ ਅਤੇ ਦੱਖਣੀ ਏਸ਼ੀਆ ਲਈ ਸੀਨੀਅਰ ਫੈਲੋ ਐਲਿਸਾ ਆਇਰਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਚੁਣੇ ਗਏ ਬਾਈਡਨ ਵੱਲੋਂ ਬਿਆਨੀਆਂ ਤਰਜੀਹਾਂ ਦੇ ਆਧਾਰ ਤੇ ਮੇਰਾ ਮੰਨਣਾ ਹੈ ਕਿ ਬਾਈਡਨ ਹੈਰਿਸ ਪ੍ਰਸ਼ਾਸਨ ਵੱਲੋਂ ਭਾਰਤ ਨਾਲ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਉੱਚ ਤਰਜੀਹ ਦਿੱਤੀ ਜਾਣੀ ਜਾਰੀ ਰੱਖੀ ਜਾਵੇਗੀ, ਜੋ ਕਿ ਟਰੰਪ ਪ੍ਰਸ਼ਾਸਨ ਦੌਰਾਨ ਕਾਫੀ ਜ਼ਿਆਦਾ ਵਧੀ ਹੈ। ਉਹਨਾਂ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਬਾਈਡਨ ਅਮਰੀਕਾ ਭਾਰਤ ਸੰਬੰਧਾਂ ਦੇ ਮੋਹਰੀ ਸਮਰਥਕਾਂ 'ਚੋਂ ਸਨ, ਜੋ 15 ਵਰ੍ਹੇ ਪਹਿਲਾਂ ਅਮਰੀਕਾ ਅਤੇ ਭਾਰਤ ਨੂੰ ਵਿਸ਼ਵ ਦੇ ਦੋ ਸਭ ਤੋਂ ਕਰੀਬੀ ਮੁਲਕਾਂ ਵਜੋਂ ਦੇਖਦੇ ਸਨ। ਬਾਈਡਨ ਦੀਆਂ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਲੜਾਈ ਅਤੇ ਜਲਵਾਯੂ ਤਬਦੀਲੀ ਦੇ ਟਾਕਰੇ ਦੀਆਂ ਆਲਮੀ ਤਰਜੀਹਾਂ ਤੇ ਭਾਰਤ ਨਾਲ ਕਰੀਬੀ ਸਹਿਯੋਗ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ, ਮੈਂ ਭਾਰਤੀ ਮੀਡੀਆ ਵਿੱਚ ਇਸ ਪ੍ਰਸ਼ਨ ਨੂੰ ਕਾਫੀ ਅਹਿਮੀਅਤ ਮਿਲੀ ਦੇਖੀ ਹੈ ਕਿ ਰਾਸ਼ਟਰਪਤੀ ਚੁਣੇ ਗਏ ਬਾਈਡਨ ਵੱਲੋਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਸਵਾਲਾਂ ਤੇ ਭਾਰਤ ਦੀ ਨਿੰਦਾ ਕੀਤੀ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਦੀ ਚਿੰਤਾ ਹੈ ਅਤੇ ਉਹਨਾਂ ਦੇ ਦਹਾਕਿਆਂ ਦੇ ਕੂਟਨੀਤਿਕ ਤਜਰਬੇ ਦੇ ਮੱਦੇਨਜ਼ਰ ਉਹਨਾਂ ਵੱਲੋਂ ਆਪਣੇ ਨਿੱਜੀ ਵਿਚਾਰ ਢੰਗ ਦੇ ਨਾਲ ਪ੍ਰਗਟਾਏ ਜਾਣ ਦੀ ਸੰਭਾਵਨਾ ਹੈ, ਪਰੰਤੂ ਮੈਂ ਜਲਵਾਯੂ ਤਬਦੀਲੀ ਅਤੇ ਸਵੱਛ ਊਰਜਾ ਦੇ ਸਵਾਲਾਂ ਤੇ ਵਧੇਰੇ ਕੁਝ ਨਹੀਂ ਦੇਖਿਆ। ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਕਮਾਲਾ ਹੈਰਿਸ ਨੇ ਅਮਰੀਕੀਆਂ ਨੂੰ ਭਰੋਸਾ ਦਿਵਾਇਆ ਹੈ ਕਿ 4 ਲੱਖ ਅਮਰੀਕੀ ਡਾਲਰ ਤੋਂ ਘੱਟ ਦੀ ਸਾਲਾਨਾ ਆਮਦਨ ਵਾਲਿਆਂ ਲਈ ਟੈਕਸ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਨਾਲ ਹੀ ਹੈਰਿਸ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨਾਂ ਅਤੇ ਅਮੀਰਾਂ ਤੋਂ ਵੱਧ ਟੈਕਸਾਂ ਦੀ ਵਸੂਲੀ ਕੀਤੀ ਜਾਵੇਗੀ। ਹੈਰਿਸ ਨੇ ਬੁੱਧਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਕਾਰਪੋਰੇਸ਼ਨਾਂ ਅਤੇ ਅਮੀਰਾਂ ਨੂੰ ਵੱਡੇ ਟੈਕਸ ਦੇਣੇ ਪੈਣਗੇ ਅਤੇ 4 ਲੱਖ ਅਮਰੀਕੀ ਡਾਲਰ ਤੋਂ ਘੱਟ ਸਾਲਾਨਾ ਆਮਦਨ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਹੋਰ ਟੈਕਸ ਨਹੀਂ ਦੇਣੇ ਪੈਣਗੇ। ਰੂਸ ਨੇ ਕਿਹਾ ਹੈ ਕਿ ਆਲਮੀ ਹਲਚਲ ਅਤੇ ਬੇਯਕੀਨੀ ਦੇ ਮਾਹੌਲ ਦਰਮਿਆਨ ਜੇਕਰ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਤਣਾਅ ਹੋਰ ਵੱਧਦਾ ਹੈ ਤਾਂ ਪੂਰੇ ਯੂਰੇਸ਼ੀਆ ਖਿੱਤੇ 'ਚ ਅਸਥਿਰਤਾ ਵਧੇਗੀ ਅਤੇ ਇਸ ਦਾ ਲਾਹਾ ਹੋਰ ਸਰਗਰਮ ਤਾਕਤਾਂ ਆਪਣੇ ਮੰਤਵਾਂ ਲਈ ਕਰ ਸਕਦੀਆਂ ਹਨ। ਆਨਲਾਈਨ ਮੀਡੀਆ ਕਾਨਫਰੰਸ ਦੌਰਾਨ ਰੂਸ ਦੇ ਡਿਪਟੀ ਚੀਫ ਆਫ ਮਿਸ਼ਨ ਰੋਮਨ ਬਾਬੂਸ਼ਕਿਨ ਨੇ ਕਿਹਾ ਕਿ ਉਹਨਾਂ ਦਾ ਮੁਲਕ ਸੁਭਾਵਿਕ ਤੌਰ ਤੇ ਏਸ਼ੀਆ ਦੀਆਂ ਦੋ ਤਾਕਤਾਂ ਵਿਚਕਾਰ ਤਣਾਅ ਤੋਂ ਫਿਕਰਮੰਦ ਹੈ। ਉਹਨਾਂ ਕਿਹਾ ਕਿ ਦੋਵੇਂ ਮੁਲਕਾਂ ਲਈ ਹਾਂ ਪੱਖੀ ਸੰਵਾਦ ਬਹੁਤ ਅਹਿਮ ਹੈ। ਭਾਰਤ ਅਤੇ ਚੀਨ ਦੇ ਸ਼ੰਘਾਈ ਸਹਿਯੋਗ ਸੰਗਠਨ ਅਤੇ ਬ੍ਰਿਕਸ ਦਾ ਮੈਂਬਰ ਹੋਣ ਦਾ ਹਵਾਲਾ ਦਿੰਦਿਆਂ ਬਾਬੂਸ਼ਕਿਨ ਨੇ ਕਿਹਾ ਕਿ ਜਦੋਂ ਬਹੁਤੇਰੀ ਮੰਚ ਤੇ ਸਹਿਯੋਗ ਦੀ ਗੱਲ ਹੁੰਦੀ ਹੈ ਤਾਂ ਸਨਮਾਨਜਨਕ ਸੰਵਾਦ ਹੀ ਅਹਿਮ ਸੰਦ ਹੁੰਦਾ ਹੈ। ਉਹਨਾਂ ਕਿਹਾ, ਹੁਣੇ ਜਿਹੇ ਦੋਵੇਂ ਮੁਲਕਾਂ ਵੱਲੋਂ ਸੰਜਮ ਵਰਤਨ ਅਤੇ ਤਣਾਅ ਨੂੰ ਕੂਟਨੀਤਕ ਅਤੇ ਫੌਜੀ ਪੱਧਰ ਤੇ ਗੱਲਬਾਤ ਜ਼ਰੀਏ ਹੱਲ ਕਰਨ ਲਈ ਪ੍ਰਗਟਾਈ ਗਈ ਵਚਨਬੱਧਤਾ ਦੀਆਂ ਖਬਰਾਂ ਸਵਾਗਤਯੋਗ ਕਦਮ ਹਨ। ਜ਼ਿਕਰਯੋਗ ਹੈ ਕਿ ਯੂਰੇਸ਼ੀਆ ਵੀ ਪਿਛਲੇ ਕੁਝ ਮਹੀਨਿਆਂ ਤੋਂ ਕੋਵਿਡ-19 ਦੇ ਵੱਧਦੇ ਮਾਮਲਿਆਂ ਅਤੇ ਨਗੋਰਨੋ ਕਾਰਾਬਾਖ ਇਲਾਕਿਆਂ ਨੂੰ ਲੈ ਕੇ ਅਰਮੀਨੀਆ ਤੇ ਅਜ਼ਰਬਾਈਜਾਨ ਵਿਚਕਾਰ ਜੰਗ ਕਾਰਨ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਬਾਬੂਸ਼ਕਿਨ ਨੇ ਕਿਹਾ ਕਿ ਰੂਸ ਦੀ ਵਿਸ਼ੇਸ਼ ਸਥਿਤੀ ਹੈ ਕਿਉਂਕਿ ਉਸ ਦੇ ਵਿਸ਼ੇਸ਼ ਰਣਨੀਤਕ ਸੰਬੰਧ ਭਾਰਤ ਅਤੇ ਚੀਨ ਦੋਵਾਂ ਨਾਲ ਹਨ ਅਤੇ ਉਹ ਤਣਾਅ ਕਾਰਨ ਫਿਕਰਮੰਦ ਹੈ। ਉਹਨਾਂ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਇਸ ਦਾ ਸ਼ਾਂਤੀਪੂਰਨ ਹੱਲ ਨਿਕਲ ਆਵੇਗਾ। ਦੋਵੇਂ ਆਲਮੀ ਅਤੇ ਜ਼ਿੰਮੇਵਾਰ ਗੁਆਂਢੀ ਤਾਕਤਾਂ ਹਨ ਜੋ ਆਰਥਿਕ ਅਤੇ ਰੱਖਿਆ ਪੱਖੋਂ ਮਜ਼ਬੂਤ ਹਨ। ਅਮਰੀਕਾ ਨਾਲ ਭਾਰਤ ਦੇ ਵੱਧ ਰਹੇ ਸੰਬੰਧਾਂ ਬਾਰੇ ਬਾਬੂਸ਼ਕਿਨ ਨੇ ਕਿਹਾ ਕਿ ਰੂਸ ਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਹੈ ਅਤੇ ਜਦੋਂ ਬਹੁਲਵਾਦ ਅਤੇ ਦੁਵੱਲੇ ਸੰਬੰਧਾਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਤੇ ਕੋਈ ਸ਼ੱਕ ਕਰਨ ਦੀ ਤੁਕ ਨਹੀਂ ਰਹਿੰਦੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਸਵੈ ਜੀਵਨੀ ਅ ਪ੍ਰੋਮਿਸਡ ਲੈਂਡ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਨਰਵਸ ਅਤੇ ਘੱਟ ਗੁਣਵੱਤਾ ਵਾਲਾ ਦੱਸਿਆ ਹੈ। ਓਬਾਮਾ ਉਹਨਾਂ ਦੇ ਲਈ ਲਿਖਦੇ ਹਨ ਕਿ ਇੱਕ ਵਿਦਿਆਰਥੀ ਜਿਸ ਨੇ ਕੋਰਸ ਕੀਤਾ ਹੈ ਅਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਸਨ, ਪਰ ਇਸ ਵਿਸ਼ੇ 'ਚ ਮਹਾਰਤ ਹਾਸਲ ਕਰਨ ਜਾਂ ਤਾਂ ਯੋਗਤਾ
ਨਾ ਹੋਣ ਕਰਕੇ ਜਾਂ ਜਨੂਨ ਦੀ ਕਮੀ ਕਰਕੇ ਵਰਗਾ ਇੱਕ ਚਰਿੱਤਰ ਹੈ। ਓਬਾਮਾ ਨੇ ਸਾਬਕਾ ਭਾਰਤੀ ਪੀਐਮ ਮਨਮੋਹਨ ਸਿੰਘ ਦਾ ਵੀ ਜ਼ਿਕਰ ਕਰਦੇ ਹੋਏ ਲਿਖਿਆ ਕਿ ਉਹਨਾਂ 'ਚ ਇੱਕ ਤਰ੍ਹਾਂ ਦੀ ਡੂੰਘੀ ਵਫਾਦਾਰੀ ਹੈ। ਓਬਾਮਾ ਨੇ ਕਿਤਾਬ ਦੇ ਅੰਸ਼ਾਂ ਦਾ ਜ਼ਿਕਰ ਨਾਈਜੀਰੀਆਈ ਲੇਖਕ ਚਿਮਾਂਡਾ ਨੌਗਜੀ ਅਦੀਚੀ ਨੇ ਆਪਣੀ ਦ ਨਿਊਯਾਰਕ ਟਾਈਮਜ਼ 'ਚ ਪ੍ਰਕਾਸ਼ਿਤ ਪੁਸਤਕ ਸਮੀਖਿਆ 'ਚ ਕੀਤਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਸ 'ਚ ਵਿਸ਼ਵ ਦੇ ਹੋਰ ਨੇਤਾਵਾਂ ਅਤੇ ਉਹਨਾਂ ਦੇ ਗੁਣਾਂ ਦਾ ਵੀ ਜ਼ਿਕਰ ਕੀਤਾ ਹੈ। ਓਬਾਮਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਲੈ ਕੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਤੱਕ ਦੇ ਬਾਰੇ 'ਚ ਆਪਣੇ ਵਿਚਾਰ ਰੱਖੇ ਹਨ। ਪੁਸਤਕ ਸਮੀਖਿਆ ਮੁਤਾਬਕ ਬਰਾਕ ਓਬਾਮਾ ਦੀ ਕਿਤਾਬ ਉਹਨਾਂ ਦੇ ਨਿੱਜੀ ਜੀਵਨ ਦੀ ਤੁਲਨਾ 'ਚ ਉਹਨਾਂ ਦੇ ਰਾਜਨੀਤਿਕ ਰੁਖ ਤੇ ਜ਼ਿਆਦਾ ਕੇਂਦਰਿਤ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਰਾਜਨੀਤੀ 'ਚ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਉਸਾਮਾ ਬਿਨ ਲਾਦਨ ਦੀ ਹੱਤਿਆ ਤੱਕ ਕਈ ਮੁੱਦਿਆਂ ਦੇ ਬਾਰੇ ਲਿਖਿਆ ਹੈ। ਟੋਰਾਂਟੋ ਦੇ ਮੇਅਰ ਜੌਨ ਟੋਰੀ ਅਤੇ ਸਿਹਤ ਅਧਿਕਾਰੀ ਡਾਕਟਰ ਐਲਨ ਡੀ ਵਿਲਾ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਹੋ ਸਕੇ ਉਹ ਇੱਕ ਦੂਜੇ ਨੂੰ ਮਿਲਣ ਤੋਂ ਪਰਹੇਜ਼ ਰੱਖਣ। ਉਹਨਾਂ ਕਿਹਾ ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਲੋਕ ਬਾਹਰ ਘੱਟ ਹੀ ਨਿਕਲਣ। ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿੱਚ 14 ਨਵੰਬਰ ਤੋਂ 12 ਦਸੰਬਰ ਤੱਕ ਸਖਤ ਪਾਬੰਦੀਆਂ ਲੱਗਣ ਜਾ ਰਹੀਆਂ ਹਨ। ਮੇਅਰ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਬੇਨਤੀ ਕਰਦੇ ਹਨ ਕਿ ਲੋਕ ਇੱਕ ਦੂਜੇ ਤੋਂ ਸਮਾਜਿਕ ਦੂਰੀ ਰੱਖਣ ਤੇ ਕੋਰੋਨਾ ਤੋਂ ਬਚਣ ਲਈ ਮਾਸਕ ਪਾ ਕੇ ਰੱਖਣ। ਉਹਨਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਲਿਆਉਣ ਛੱਡਣ ਲਈ ਜਾਂ ਕੰਮ ਤੇ ਜਾਣ ਸਮੇਂ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਲੋਕਾਂ ਨੂੰ ਜੇਕਰ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਤਾਂ ਉਹ ਇਕਾਂਤਵਾਸ 'ਚ ਰਹਿਣ ਤੇ ਟੈਸਟ ਕਰਵਾਉਣ। ਉਹਨਾਂ ਦਾ ਇਹ ਬਿਆਨ ਇਸ ਸਮੇਂ ਆਇਆ ਹੈ ਜਦੋਂ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 1575 ਮਾਮਲੇ ਦਰਜ ਹੋਏ ਹਨ। ਇਹਨਾਂ ਵਿੱਚੋਂ 472 ਮਾਮਲੇ ਸਿਰਫ ਟੋਰਾਂਟੋ ਦੇ ਹੀ ਹਨ। ਇਸ ਦੇ ਨਾਲ ਹੀ ਨਵੇਂ ਮਾਡਲਿੰਗ ਡਾਟਾ ਵਿੱਚ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਮੱਧ ਦਸੰਬਰ ਤੱਕ ਸੂਬੇ ਵਿੱਚ ਕੋਰੋਨਾ ਦੇ ਰੋਜ਼ਾਨਾ ਦੇ ਮਾਮਲੇ 6500 ਤੋਂ ਵੱਧ ਦਰਜ ਹੋ ਸਕਦੇ ਹਨ। ਬੀਤੇ ਦਿਨੀ ਨਿਊ ਜਰਸੀ ਸੂਬੇ ਦੇ ਟਾਊਨ ਮੋਨਰੇ ਦੀ ਸਮੂਹ ਸੰਗਤ ਦੇ ਸਾਂਝੇ ਸਹਿਯੋਗ ਸਦਕਾ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਇਹ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਅਨੁਸਾਰ ਸਥਾਪਿਤ ਕੀਤਾ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਕੀਰਤਨ ਸਮਾਗਮ ਵਿੱਚ ਭਾਈ ਤੇਜਿੰਦਰ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਥਾਵਾਚਕ ਭਾਈ ਅਮਰਜੀਤ ਸਿੰਘ ਤੇ ਗਿਆਨੀ ਸਾਹਿਬ ਸਿੰਘ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਕੋਰੋਨਾ ਮਹਾਮਾਰੀ ਕਹਿਰ ਦੇ ਚਲਦਿਆਂ ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਹੀ ਚਲਾਇਆ ਗਿਆ। ਜ਼ਿਆਦਾ ਭੀੜ ਨਾ ਹੋਣ ਦਿੱਤੀ ਗਈ ਅਤੇ ਹਰ ਇੱਕ ਨੇ ਮਾਸਕ ਵੀ ਪਾਇਆ ਹੋਇਆ ਸੀ। ਨੀਦਰਲੈਂਡ 'ਚ ਸਾਊਦੀ ਅਰਬ ਦੇ ਦੂਤ ਘਰ ਤੇ ਅੱਜ ਸਵੇਰੇ ਗੋਲੀਬਾਰੀ ਕੀਤੀ ਗਈ। ਡੱਚ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਰਜਮਾਨ ਸਟੀਵਨ ਵੌਨ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 6 ਵਜੇ ਸਟੈਟਲੀ ਐਵਨਿਊ 'ਚ ਇਮਾਰਤ ਤੇ ਗੋਲੀਆਂ ਚਲਾਏ ਜਾਣ ਦੀ ਸੂਚਨਾ ਮਿਲੀ। ਅਧਿਕਾਰੀਆਂ ਨੂੰ ਮੌਕੇ ਤੋਂ ਗੋਲੀਆਂ ਦੇ ਕਈ ਖੋਲ ਵੀ ਬਰਾਮਦ ਹੋਏ ਅਤੇ ਸਥਾਨਕ ਮੀਡੀਆ ਵੱਲੋਂ ਖਿੜਕੀਆਂ 'ਚ ਹੋਈਆਂ ਮੋਰੀਆਂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ। ਗੋਲੀਬਾਰੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਪਸ਼ੂਆਂ ਦੀ ਮੂਰਤੀ ਨਾਲ ਪਿਆਰ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੈ। ਤੁਰਕਮੇਨਿਸਤਾਨ ਦੇ ਸ਼ਾਸਕ ਨੇ ਆਪਣੇ ਪਸੰਦੀਦਾ ਕੁੱਤੇ ਦੀ 50 ਫੁੱਟ ਦੀ ਸੋਨੇ ਦੀ ਮੂਰਤੀ ਬਣਵਾਈ ਹੈ। ਇਹ ਮੂਰਤੀ ਰਾਜਧਾਨੀ ਅਸ਼ਗਾਬਾਦ ਦੇ ਨਵੇਂ ਬਣੇ ਇਲਾਕੇ ਦੇ ਮੱਧ ਵਿੱਚ ਬਣਾਈ ਗਈ ਹੈ। ਸਾਲ 2007 ਤੋਂ ਸ਼ਾਸਨ ਕਰ ਰਹੇ ਗੁਰਬਾਂਗੁਲੀ ਨੇ ਬੁੱਧਵਾਰ ਨੂੰ ਤੁਰਕਮੇਨ ਅਲਬੀ ਪ੍ਰਜਾਤੀ ਦੇ ਇਸ ਕੁੱਤੇ ਦੀ ਵਿਸ਼ਾਲ ਮੂਰਤੀ ਦਾ ਉਦਘਾਟਨ ਕੀਤਾ। ਗੁਰਬਾਂਗੁਲੀ ਲੰਮੇ ਸਮੇਂ ਤੋਂ ਇਸ ਪ੍ਰਜਾਤੀ ਦੇ ਕੁੱਤੇ ਨੂੰ ਕਾਫੀ ਪਸੰਦ ਕਰਦੇ ਹਨ ਜੋ ਦੇਸ਼ ਵਿੱਚ ਹੀ ਪੈਦਾ ਹੁੰਦੀ ਹੈ ਅਤੇ ਇਸ ਨੂੰ ਤੁਰਕਮੇਨਿਸਤਾਨ ਦੀ ਰਾਸ਼ਟਰੀ ਪਛਾਣ ਦਾ ਹਿੱਸਾ ਮੰਨਿਆ ਜਾਂਦਾ ਹੈ। ਗੁਰਬਾਂਗੁਲੀ ਨੇ ਕੁੱਤੇ ਦੀ ਇਸ ਪ੍ਰਜਾਤੀ ਨੂੰ ਸਮਰਪਿਤ ਕਰਦਿਆਂ ਕਈ ਕਿਤਾਬਾਂ ਅਤੇ ਕਵਿਤਾਵਾਂ ਵੀ ਲਿਖੀਆਂ ਹਨ। ਉਹ ਇਸ ਕੁੱਤੇ ਨੂੰ ਉਪਲਬਧੀ ਅਤੇ ਜਿੱਤ ਦਾ ਪ੍ਰਤੀਕ ਮੰਨਦੇ ਹਨ। ਇੱਕ ਵਾਰ ਤਾਂ ਉਹਨਾਂ ਨੇ ਅਲਬੀ ਪ੍ਰਜਾਤੀ ਦੇ ਕੁੱਤੇ ਨੂੰ ਰੂਸ ਦੇ ਰਾਸ਼ਟਰਪਤੀ ਨੂੰ ਤੋਹਫੇ ਦੇ ਤੌਰ ਤੇ ਵੀ ਦਿੱਤਾ ਸੀ। ਤੁਰਕਮੇਨਿਸਤਾਨ ਦੀ ਸਰਕਾਰ ਨੇ ਦੱਸਿਆ ਕਿ ਇਹ ਮੂਰਤੀ ਕਾਂਸੇ ਦੀ ਬਣੀ ਹੋਈ ਹੈ ਅਤੇ ਇਸ ਤੇ 24 ਕੈਰਟ ਸੋਨੇ ਦੀ ਪਰਤ ਚੜਾਈ ਗਈ ਹੈ। ਇਹ ਮੂਰਤੀ 20 ਫੁੱਟ ਉੱਚੀ ਹੈ। ਕੁੱਤੇ ਦੀ ਇਹ ਮੂਰਤੀ ਅਸ਼ਗਾਬਾਦ ਦੇ ਜਿਹੜੇ ਇਲਾਕੇ ਵਿੱਚ ਬਣਾਈ ਗਈ ਹੈ ਉਹ ਸਰਕਾਰੀ ਅਧਿਕਾਰੀਆਂ ਦੇ ਰਹਿਣ ਦੇ ਲਈ ਬਣਾਇਆ ਗਿਆ ਹੈ। ਇਸ ਇਲਾਕੇ ਵਿੱਚ ਕਈ ਸੰਗਮਰਮਰ ਦੀਆਂ ਬਣੀਆਂ ਇਮਾਰਤਾਂ, ਸਕੂਲ, ਪਾਰਕ, ਦੁਕਾਨਾਂ, ਸਿਨੇਮਾ ਅਤੇ ਖੇਡ ਮੈਦਾਨ ਸਥਿਤ ਹਨ। ਇੱਕ ਪਾਸੇ ਤੁਰਕਮੇਨਿਸਤਾਨ ਦੇ ਸ਼ਾਸਕ ਨੇ ਕੁੱਤੇ ਦੇ ਲਈ ਖਜ਼ਾਨਾ ਖੋਲ੍ਹ ਦਿੱਤਾ ਹੈ। ਉੱਥੇ ਦੇਸ਼ ਦੀ ਜਨਤਾ ਗਰੀਬੀ ਵਿੱਚ ਜ਼ਿੰਦਗੀ ਜੀਉਣ ਦੇ ਲਈ ਮਜਬੂਰ ਹੈ। ਦੇਸ਼ ਵਿੱਚ ਸੁਤੰਤਰ ਪ੍ਰੈਸ ਦੀ ਹਾਲਤ ਉੱਤਰੀ ਕੋਰੀਆ ਨਾਲੋਂ ਵੀ ਖਰਾਬ ਹੈ। ਦੇਸ਼ ਦੀ ਅਰਥ ਵਿਵਸਥਾ ਤੇਲ ਅਤੇ ਕੁਦਰਤੀ ਗੈਸ ਦੇ ਕਾਰਨ ਤੇਜ਼ੀ ਨਾਲ ਵਧ ਰਹੀ ਹੈ, ਪਰ ਇਸ ਦਾ ਫਾਇਦਾ ਸਿਰਫ ਅਮੀਰਾਂ ਨੂੰ ਹੀ ਹੋ ਰਿਹਾ ਹੈ। ਇਸ ਤੋਂ ਪਹਿਲਾਂ
ਸਾਲ 2015 ਵਿੱਚ ਤੁਰਕਮੇਨਿਸਤਾਨ ਦੇ ਇਸ ਸਨਕੀ ਤਾਨਾਸ਼ਾਹ ਨੇ ਆਪਣੀ ਸੋਨੇ ਦੀ ਮੂਰਤੀ ਬਣਵਾਈ ਸੀ। ਤੇ ਇਹ ਸਨ ਹੁਣ ਤੱਕ ਦੀਆਂ ਦੁਨੀਆ ਭਰ ਦੀਆਂ ਚੋਣਵੀਆਂ ਖਬਰਾਂ। ਵਧੇਰੇ ਖਬਰਾਂ ਦੀ ਜਾਣਕਾਰੀ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ। ਧੰਨਵਾਦ।